ਉਹ ਤੇ ਇੱਕ ਸੀ ਸੁਦਾਗਰ ਕੋਈ। ਜੀ ਹਾਂਜੀ। ਉਹ ਜਾਨਵਰਾਂ ਦੀਆਂ ਬੋਲੀਆਂ ਪਛਾਣ ਲੈਂਦਾ ਸੀ। ਜੀ ਹਾਂਜੀ। ਇੱਕ ਸੀ ਉਹਨੇ ਢੱਗਾ ਰੱਖਿਆ, ਇੱਕ ਖੋਤਾ ਰੱਖਿਆ ਸੀਗਾ, ਇੱਕ ਕੁੱਕੜ ਸੀਗਾ, ਇੱਕ ਕੁੱਤਾ ਸੀਗਾ। ਜੀ ਹਾਂਜੀ। ਤੇ ਖੋਤੇ ਦੇ ਕੋਲ ਢੱਗਾ ਬੰਨਿਆ ਹੋਇਆ ਸੀ। ਜੀ ਢੱਗਾ ਜਿਹੜਾ ਇਹ ਭੋਲਾ ਜਾਨਵਰ ਸੀਗਾ, ਤੇ ਜਿਹੜਾ ਖੋਤਾ ਸੀ ਇਹ ਸ਼ੈਤਾਨ ਸੀਗਾ। ਜੀ ਸ਼ੈਤਾਨ ਨੇ ਖੋਤੇ ਨੇ ਢੱਗੇ ਨੂੰ ਸਿਖਾਲ ਦਿੱਤਾ ਜੀ ਵੀ ਢੱਗਿਆ ਤੇਰਾ ਤਾਂ ਹਾਲ ਕੋਈ ਨਹੀਂ, ਦਿਨ ਰਾਤ ਤੈਨੂੰ ਵਾਹੁੰਦੇ ਆ, ਬਹੁਤ ਸਿਖਾਉਂਦੇ ਤੈਨੂੰ, ਤੇ ਮੈਂ ਤਾਂ ਐਸ਼ ਕਰਦਾ, ਪੱਠੇ ਢੋ ਲੈਂਦਾ, ਢੋ ਕੇ ਤਾਂ ਆਰਾਮ ਨਾਲ ਬਹਿੰਦਾ ਸਕੂਨ ਵਿੱਚ। ਢੱਗਾ ਕਹਿੰਦਾ ਮੈਂ ਹੁਣ ਕੀ ਕਰਾਂ ਫਿਰ? ਕਹਿੰਦਾ ਤੂੰ ਨਾ ਜਿਹੜੇ ਸੁਦਾਗਰ ਆਊਗਾ ਉਹਦੇ ਆਉਂਦੇ ਨੂੰ ਨਾ ਕੰਨ ਢਿੱਲੇ ਕਰਕੇ, ਨਾ ਗਾਲੀ ਕਰੀ ਨਾ ਕੁਛ ਕਰੀ, ਤੂੰ ਆਰਾਮ ਨਾਲ ਢਿੱਲੇ ਜਿਹੇ ਕੰਨ ਕਰਕੇ ਬਹਿ ਜਾਈ। ਜੀ ਕਹਿੰਦਾ ਠੀਕ ਆ। ਹੁਣ ਸੁਦਾਗਰ ਨੇ ਉਹ ਗੱਲ ਸੁਣ ਲਈ। ਸੁਦਾਗਰ ਨੇ ਸੁਣ ਲਈ ਤਾਂ ਆਪਣੇ ਮੁਲਾਜ਼ਮ ਨੂੰ ਕਹਿੰਦਾ ਪਿਆ ਜੇ ਢੱਗੇ ਨੂੰ ਨਾ ਲੈ ਕੇ ਜਾਓ, ਖੋਤੇ ਨੂੰ ਲੈ ਕੇ ਜਾਓ। ਜੀ ਦੱਬ ਤੰਬੜ ਫੇਰਿਓ ਇਹਦੇ। ਉਹ ਨੌਕਰ ਗਏ, ਜਾ ਕੇ ਖੋਤੇ ਨੂੰ ਲੈ ਕੇ ਦੱਬ ਖੋਤੇ ਨੂੰ ਘਮਾਇਆ, ਕੁੱਟਿਆ, ਦੱਬ ਕੁੱਟਿਆ, ਤੇ ਖੋਤਾ ਹੱਲ ਹੋ ਕੇ ਘਰ ਆਇਆ। ਆ ਕੇ ਕਹਿੰਦਾ ਢੱਗਿਆ ਬਈ ਹਾਲ ਕੋਈ ਨਹੀਂ ਹੋਇਆ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਮੈਂ ਤਾਂ ਬੜੇ ਐਸ਼ ਕੀਤੇ ਆ, ਪਰ ਤੈਨੂੰ ਹੁਣ ਸੁਦਾਗਰ ਨੇ ਕਿਹਾ ਢੱਗੇ ਨੂੰ ਹਲਾਲ ਕਰਾਵੋ, ਕਸਾਈਆਂ ਨੂੰ ਕਹਿ ਕੇ ਆਏ ਜੀ ਤੇ ਛੁਰੀਆਂ ਤੇਜ਼ ਕਰਾਉਂਦੇ ਆ। ਜੀ ਢੱਗਾ ਕਹਿੰਦਾ ਮੈਨੂੰ ਹੁਣ ਦੱਸ ਮੈਂ ਕਿੱਦਾਂ ਬਚਾਂ? ਕਿਉਂਕਿ ਜਿਲੇ ਸੁਦਾਗਰ ਆਵੇ ਜਾਂ ਨੌਕਰ ਆਉਣ ਤੇ ਤੂੰ ਬੜਕਾ ਮਾਰਨ ਲੱਗ ਪਈ, ਸਿੰਘਾਂ ਨਾਲ ਮਿੱਟੀ ਪੱਟਣ ਲੱਗ ਪਈ। ਨੌਕਰ ਆਏ ਤਾਂ ਢੱਗਾ ਤਾਂ ਸਿੰਘਾਂ ਦੇ ਨਾਲ ਮਿੱਟੀ ਪੱਟੇ ਦਾ ਮਾਰ ਰੱਸਾ ਤੜਾਵੇ ਕਿ ਮੈਨੂੰ ਛੇਤੀ ਬੰਨ ਲੈ ਜਾਓ। ਨੌਕਰਾਂ ਨੇ ਨਾ ਸੁਦਾਗਰ ਕੋਲ ਦੱਸਿਆ ਜੀ ਪਿਆ ਢੱਗਾ ਤਾਂ ਹੁਣ ਠੀਕ ਠਾਕ ਹੋ ਗਿਆ, ਕਹਿੰਦਾ ਲੈ ਜਾਓ। ਤੇ ਨਾਲੇ ਸੁਦਾਗਰ ਹੱਸਣ ਲੱਗ ਪਿਆ। ਜੀ ਹੱਸਣ ਲੱਗ ਪਿਆ ਤੇ ਉਹਦੀ ਬੁੱਢੀ ਕਹਿੰਦੀ ਫਿਰ ਦੱਸ ਤੂੰ ਕਿਉਂ ਹੱਸਿਆ? ਜੀ ਉਹਨੂੰ ਉਸਤਾਦ ਨੇ ਦੱਸਿਆ ਸੀ ਕਿ ਗੱਲ ਭੇਤ ਨਹੀਂ ਸਾਰਾ ਦੇਣਾ, ਆਪਣੀ ਬੁੱਢੀ ਕੋਲ ਭੇਤ ਨਹੀਂ ਦੇਣਾ, ਕਿਸੇ ਕੋਲ ਵੀ ਭੇਤ ਨਹੀਂ ਦੇਣਾ ਆਪਣਾ। ਜੀ ਉਹ ਵਿਚਾਰਾ ਕਵੇ ਕਿ ਕੋਈ ਗੱਲ ਨਹੀਂ, ਔਰਤ ਕਵੇ ਇਹ ਤਾਂ ਗੱਲੇ ਨਹੀਂ ਹੋਣੀ, ਜੇ ਮੈਨੂੰ ਦੱਸਣਾ ਨਹੀਂ ਤਾਂ ਮੈਂ ਚੱਲੀ ਮਾਪਿਆਂ ਨੂੰ। ਜੀ ਔਰਤ ਨੇ ਲਾਣਾ ਫਲਾਣਾ ਚੱਕਿਆ ਤੇ ਚੱਕ ਕੇ ਮਾਪਿਆਂ ਨੂੰ ਚਲ ਗਈ। ਜੀ ਜਿਹਨੇ ਮਾਪਿਆਂ ਦੇ ਗਈ, ਮਾਪੇ ਉਹਦੇ ਕੋਈ ਭਲੇ ਮਾਨਸ ਸੀ, ਸ਼ਰੀਫ ਹੁੰਦੇ ਸੀ, ਖਾਨਦਾਨੀ ਬੰਦੇ ਸੀ। ਜੀ ਉਹ ਕਹਿੰਦੇ ਕਿ ਤੂੰ ਕਿੱਦਾਂ ਆ ਗਈ ਆ? ਕਹਿੰਦੀ ਕਿ ਮੇਰਾ ਬੰਦਾ ਤਾਂ ਮੈਨੂੰ ਭੇਤ ਨਹੀਂ ਦਿੰਦਾ ਕੋਈ ਵੀ, ਜੀ ਤੇ ਇਸ ਕਰਕੇ ਮੈਂ ਆ ਗਈ ਆ। ਮੇਰੇ ਬੰਦਾ ਹੱਸੀ ਜਾਂਦਾ ਸੀ ਤਾਂ ਮੈਨੂੰ ਦੱਸਦਾ ਨਹੀਂ ਸੀ ਵੀ ਕਾਹਦੇ ਹੱਸਦਾ। ਜੀ ਮਾਂ ਕਹਿੰਦੀ ਚੱਲ ਜਾ ਆਪਣੇ ਘਰ ਨੂੰ, ਕਿਉਂ ਘਰ ਬਰਬਾਦ ਕਰਨ ਲੱਗੀ? ਤੇਰੇ ਭਰਾ ਆ ਗਏ, ਤੈਨੂੰ ਛੱਡਣਾ ਨਹੀਂ ਹੈਗਾ, ਜੀ ਚੱਲ ਜਾ ਘਰ ਨੂੰ। ਭਰਾ ਦੇਖ ਕੇ ਉਹ ਵੀ ਹੈਰਾਨ ਹੋ ਗਏ ਵੀ ਇਹ ਕਿੱਦਾਂ ਆ ਗਈ ਆ। ਜੀ ਫਿਰ ਮਾਂ ਨੇ ਸਮਝਾਈ, ਘਰ ਆ ਗਈ। ਜੀ ਜਿਹੜੇ ਘਰ ਆ ਗਏ ਤਾਂ ਆ ਕੇ ਉਹੀ ਰੱਫੜ ਫੇਰ ਵੀ ਜੇ ਮੈਨੂੰ ਨਾ ਤੂੰ ਨਹੀਂ ਦੱਸਣਾ ਤਾਂ ਮੈਂ ਫਰਾਹ ਲੈ ਕੇ ਮਾਰਨ ਲੱਗੀ। ਅੱਛਾ ਜੀ। ਤੇ ਹੁਣ ਸੁਦਾਗਰ ਜਿਹੜਾ ਪਰੇਸ਼ਾਨ ਹੋ ਵੇਖ ਕੇ ਮਾਪਿਆਂ ਦੇ ਵੀ ਗਈ ਤਾਂ ਮੁੜ ਕੇ ਫੇਰ ਇਹਨੂੰ ਕੋਈ ਅਕਲ ਨਾ ਆਈ, ਜੀ ਹੁਣ ਮੈਂ ਕੀ ਕਰਾਂ? ਤੇ ਜੀ। ਦਿਲ ਵਿੱਚ ਕਹਿੰਦਾ ਆ, ਤੇ ਸੁਦਾਗਰ ਉਹਨੂੰ ਠਾਉਂਦਾ ਆ ਤੇ ਉਹ ਨਹੀਂ ਹਟਦੀ। ਜੀ ਉਧਰ ਕੁੱਤਾ ਤੇ ਕੁੱਕੜ ਵਾ। ਹਾਂਜੀ। ਕੁੱਕੜ ਕਹਿੰਦਾ ਕੁੱਤੇ ਨੂੰ ਵੀ ਕੁੱਤਿਆ ਸਾਡੇ ਤਾਂ ਸੁਦਾਗਰ ਦੇ ਲੜਾਈ ਪੈ ਗਈ ਆ। ਜੀ ਕੁੱਤਾ ਕਹਿੰਦਾ ਕਾਹਤੇ ਲੜਾਈ ਪੈ ਗਈ ਆ? ਕਹਿੰਦਾ ਉਹ ਕਹਿੰਦੀ ਯਾਰ ਸੁਦਾਗਰ ਦੀ ਬੁੱਢੀ ਕਹਿੰਦੀ ਆ ਕਿ ਜੇ ਮੈਨੂੰ ਭੇਤ ਨਹੀਂ ਨਾ ਦੇਣਾ ਤੂੰ ਕਾਹਤੇ ਹੱਸਿਆ ਸੀਗਾ, ਜੀ ਤੇ ਮੈਂ ਫਰਾਹਾ ਲੈ ਕੇ ਮਰ ਜਾਣਾ। ਜੀ ਸੁਦਾਗਰ ਉਹਨੂੰ ਉਠਾਉਂਦਾ ਆ ਤਾਂ ਹਟਦੀ ਨਹੀਂ ਹੈਗੀ, ਜੀ ਉਹ ਰਸਤਾ ਚੱਕੀ ਫਿਰਦੀ ਆ। ਕੁੱਕੜ ਕਹਿੰਦਾ ਵੀ ਕੁੱਤਿਆ ਕਿ ਜੇ ਸੁਦਾਗਰ ਚੰਗਾ ਹੋਵੇ ਨਾ ਤੇ ਛੱਤ ਨਾਲ ਰੱਸਾ ਲਵੇ ਜੀ ਬੰਨ ਕੇ ਕਵੇ ਤੂੰ ਕਾਹਨੂੰ ਫਰਾਹਾ ਲੈਣਾ, ਲੈ ਮੈਂ ਫਰਾਹਾ ਦਿੰਦਾ। ਅੱਛਾ ਜੀ। ਉਸ ਸੁਦਾਗਰ ਨੇ ਉਹ ਵੀ ਗੱਲ ਸੁਣ ਲਈ। ਜੀ ਸੁਦਾਗਰ ਨੇ ਕੀਤਾ ਫਟਾਫਟ ਛੱਤ ਨਾਲ ਰੱਸਾ ਪਾਇਆ, ਰੱਸਾ ਪਾ ਕੇ ਤਾਂ ਕਹਿੰਦਾ ਆ ਵੇ ਤੂੰ ਕਾਹਨੂੰ ਔਖੀ ਹੋਣਾ ਹੈ, ਮੈਂ ਤੈਨੂੰ ਫਰਾਹਾ ਦਿੰਦਾ। ਅੱਛਾ ਜੀ। ਆਪਣੇ ਆਪ ਜਾਨ ਨਹੀਂ ਗਵਾ ਹੁੰਦੀ। ਉਹ ਕਵੇ ਰੱਬ ਦੇ ਵਾਸਤੇ ਮੈਨੂੰ ਮਾਫ ਕਰ ਦੇ, ਮੈਂ ਫਰਾਹਾ ਨਹੀਂ ਲੈਣਾ। ਹਾਂਜੀ। ਤੇ ਸੁਦਾਗਰ ਉਹਨੂੰ ਖਿੱਚ ਖਿੱਚ ਕੇ ਲਿਜਾਵੇ ਜੀ ਵੀ ਤੂੰ ਇੰਨੀ ਔਖੀ ਆ ਫਰਾਹਾ ਲੈਣੇ ਨੂੰ, ਤੇ ਮੈਂ ਆਪ ਫਰਾਹਾ ਤੈਨੂੰ ਦੇ ਦਿੰਦਾ। ਜੀ ਫਿਰ ਮਾਫੀ ਮੰਗੀ, ਸਲਾਹ ਹੋ ਗਈ। ਸੁਲਾਹ ਹੋ ਗਈ। ਅੱਛਾ ਤੇ ਜੀ। ਜਦ ਨੂੰ ਨਾ ਗੇਟ ਖੜ ਗਿਆ, ਹਾਂਜੀ। ਤੇ ਗੇਟ ਖੜ ਗਿਆ ਤੇ ਦੇਖਿਆ ਕਿ ਪ੍ਰਾਹੁਣੇ ਆ ਗਏ, ਅੱਛਾ ਜੀ। ਉਹਦੇ ਮਾਪੇ ਆ ਗਏ, ਹਾਂਜੀ। ਤੇ ਉਧਰੋਂ ਮੁੰਡੇ ਦੇ ਵੀ ਸਾਰੇ ਸੁਣ ਕੇ ਆ ਗਏ ਵੀ ਇਹਨਾਂ ਦੇ ਘਰ ਲੜਾਈ ਪਈ ਸੀ, ਹਾਂਜੀ ਫਿਰ ਸੁਲਾਹ ਕਰਾਈਏ। ਸੁਲਾਹ ਕਰਾਈਏ ਇਹਨਾਂ ਦੀ। ਉਹ ਕੁੜੀ ਦੇ ਮਾਪੇ ਵੀ ਆ ਗਏ ਤਾਂ ਮੁੰਡੇ ਦੇ ਵੀ, ਭਰਾ ਤਾਏ ਚਾਚੇ ਸਾਰੇ ਆ ਗਏ। ਹਾਂਜੀ।
ਅੱਗੇ ਘਰਾਂ 'ਚ ਫਸਾਦ ਹੁੰਦੇ ਸੀ, ਕੁੜੀ ਦੇ ਮਾਪੇ ਵੀ ਆ ਜਾਂਦੇ ਸੀ ਤੇ ਮੁੰਡੇ ਦੇ ਵੀ ਆ ਜਾਂਦੇ ਸੀ। ਜੀ ਅਮੀ ਮੁੰਡੇ ਨੂੰ ਵੀ ਸਮਝਾਉਂਦੇ ਸੀ ਤਾਂ ਕੁੜੀ ਨੂੰ ਵੀ ਸਮਝਾਉਂਦੇ ਸੀ। ਜੀ ਅਮੀ ਫਸਾਦ ਖਤਮ ਕਰ ਦਿੰਦੇ ਸੀ। ਜੀ ਅਮੀ ਤੇ ਕੁੜੀ ਨੂੰ ਨਾ ਉਹ ਜਿਹੜੇ ਮਾਪੇ ਆ ਗਏ ਤੇ ਸਦਾਗਰ ਕਹਿੰਦਾ ਨੌਕਰਾਂ ਨੂੰ, ਚਲੋ ਵੀ ਕੁੱਕੜ ਨੂੰ ਫੜ ਕੇ ਲਿਆਓ ਹਲਾਲ ਕਰ। ਅੱਛਾ ਕੁੱਕੜ ਬੜਾ ਹੈਰਾਨ ਹੋ ਗਿਆ। ਕੁੱਤੇ ਨੂੰ ਕਹਿੰਦਾ ਲੈ ਵੀ ਮੈਂ ਜੇ ਨਾ ਰਾਣੀ ਇਹਨੂੰ ਸਦਾਗਰ ਨੂੰ ਮੱਤ ਦਿੱਤੀ ਸੀ, ਅੱਜ ਮੇਰੇ ਛੁਰੀ ਚੱਲਣ ਲੱਗੀ। ਅੱਛਾ ਜੀ ਕੁੱਤਾ ਕਹਿੰਦਾ ਤੂੰ ਫਿਕਰ ਨਾ ਕਰ, ਹਾਂਜੀ ਇੱਕ ਕੰਧ ਡਾਰੀ ਮਾਰ ਕੇ ਟੱਪ ਜਾ, ਦੂਸਰੀ ਟੱਪ ਜਾ, ਤੀਸਰੀ ਟੱਪ ਜਾ, ਇੱਕ ਵਾਰੀ ਨਾ ਇਸ ਮਹੱਲੇ ਵਿੱਚੋਂ ਬਾਹਰ ਹੋ ਜਾ। ਅੱਛਾ ਜੀ ਉਹ ਕੁੱਕੜ ਨੇ ਜਿਉਂ ਮਾਰੀ ਅਡਾਰੀ, ਇੱਕ ਤੇ ਦੂਸਰੇ ਤੀਸਰੇ, ਕੁੱਤੇ ਨੇ ਫੜਿਆ, ਫੜ ਕੇ ਖੰਭੋਂ ਲੈ ਗਿਆ ਦੂਰ, ਅੱਛਾ ਜੰਗਲ ਨੂੰ ਲੈ ਗਿਆ। ਅੱਛਾ ਜੀ ਜੰਗਲ ਜਾ ਕੇ ਤਾਂ ਕਿਤੇ ਨਾ ਦਰਖਤ ਸੀਗਾ। ਕੁੱਤੇ ਨੂੰ ਕੁੱਕੜ ਨੂੰ ਕਹਿੰਦਾ ਕੁੱਤਾ ਹਾਂਜੀ, ਵੀ ਲੈ ਵੇ ਕੁੱਕੜਾ, ਤੂੰ ਨਾ ਦਰਖਤ ਦੇ ਉੱਤੇ ਬਹਿ ਜਾ, ਅੱਛਾ ਜੀ ਮੈਂ ਨਾਲੇ ਦੇਖ ਕੇ ਆਵਾਂ ਕਿ ਸਦਾਗਰ ਦੇ ਪ੍ਰਾਹੁਣੇ ਚਲ ਗਏ ਕਿ ਇੱਥੇ ਹੀ ਆ। ਤੈਨੂੰ ਕੋਈ ਵੀ ਮੁਸੀਬਤ ਆਵੇ ਨਾ ਤੇ ਤੂੰ ਬਾਂਗ ਦੇ ਦੇਣੀ ਆ। ਜੀ ਅਮੀ ਕਹਿੰਦਾ ਠੀਕ ਆ। ਹੁਣ ਕੁੱਤਾ ਚਲਾ ਗਿਆ ਉਧਰ ਨੂੰ ਤੇ ਗਿੱਦੜ ਆ ਗਿਆ। ਅੱਛਾ ਜੀ ਗਿੱਦੜ ਇਧਰੋਂ ਆ ਕੇ ਕੁੱਕੜ ਨੂੰ ਡਰਾਵੇ। ਅੱਛਾ ਜੀ ਕੁੱਕੜ ਨਾ ਗੁੱਛ ਮੁੱਛ ਹੋ ਕੇ ਨਾ ਤੇ ਡਾਲੀਆਂ ਦੇ ਨਾਲ ਵਿੱਚ ਲੁਕੇ ਹਾਂਜੀ ਤੇ ਕਵੇ ਹਾਫਿਜ਼ ਜੀ ਜਮਾਤ ਦਾ ਟਾਈਮ ਹੋ ਗਿਆ, ਜਾਣ ਦਾ ਟਾਈਮ ਹੋ ਗਿਆ, ਤੁਸੀਂ ਬਾਂਗ ਕਿਉਂ ਨਹੀਂ ਦਿੰਦੇ? ਗਿੱਦੜ ਕਵੇ ਗਿੱਦੜ ਕਵੇ। ਅੱਛਾ ਜੀ ਤੇ ਜਿਹੜਾ ਕੁੱਕੜ ਸੀ ਉਹ ਪਰੇਸ਼ਾਨ ਹੋ ਕੇ ਬੈਠਾ, ਮੈਨੂੰ ਇਹਨੇ ਛੱਡਣਾ ਨਹੀਂ, ਗਿੱਦੜ ਨੇ ਨਹੀਂ ਛੱਡਣਾ। ਹਾਂਜੀ ਗਿੱਦੜ ਕਵੇ ਇੱਕ ਵਾਰੀ ਡਰਦਾ ਥੱਲੇ ਆਵੇ ਤਾਂ ਮੈਂ ਇਹਨੂੰ ਫੜ ਲਵਾਂ, ਖਾ ਲਵਾਂ। ਜੀ ਅਮੀ ਤੇ ਜਿੱਲੇ ਕੁੱਕੜ ਨੇ ਨਾ ਦੇਖਿਆ ਤੇ ਕੁੱਤਾ ਨੱਠਾ ਹੁੰਦਾ ਰੋਟੀ ਲੈ ਕੇ। ਅੱਛਾ ਜੀ ਕਹਿੰਦਾ ਲੈ ਵੀ ਸਾਡੇ ਨਾ ਵੱਡੇ ਇਮਾਮ ਸਾਹਿਬ ਆ ਗਏ ਜਮਾਤ ਕਰਾਉਣੇ ਵਾਲੇ, ਅੱਛਾ ਤੇ ਹੁਣ ਮੈਂ ਨਾ ਬਾਂਗ ਅਜ਼ਾਨ ਦੇਣ ਲੱਗਾ ਆ। ਅੱਛਾ ਜੀ ਕੁੱਕੜ ਨੇ ਨਾ ਬਾਂਗ ਦਿੱਤੀ ਤੇ ਗਿੱਦੜ ਨੇ ਦੇਖਿਆ ਉਧਰ ਨੂੰ ਤੇ ਕੁੱਤਾ ਨੱਠਿਆ ਆ ਫੁੱਲ ਸਪੀਡ। ਮੋਰੇ ਰੋਟੀ ਰੱਖੀ ਉੱਤੇ, ਕੁੱਕੜ ਨੂੰ ਕਹਿੰਦਾ ਖਾ ਬਈ। ਮੋਰੇ ਗਿੱਦੜ ਤੇ ਮਗਰ ਕੁੱਤਾ। ਅੱਛਾ ਤੇ ਅੱਗੇ ਨਾ ਗਿੱਦੜੀ ਨੇ ਬੱਚੇ ਦਿੱਤੇ ਸੀ ਤਾਂ ਵਿੱਚ ਲੁਕਣ ਲੱਗਾ। ਹਾਂਜੀ ਤੇ ਲੁਕਣ ਲੱਗਾ ਤੇ ਗਿੱਦੜੀ ਪਈ ਉਹਨੂੰ, ਗਿੱਦੜ ਨੂੰ ਹਾਂਜੀ ਕਹਿੰਦੀ ਸਾਡੇ ਸਤਰ ਵੇ, ਸਾਡੇ ਸਤਰ, ਹਾਂਜੀ ਇਹ ਮੈਂ ਬੱਚੇ ਦਿੱਤੀ, ਉਹ ਇੱਥੇ ਨਹੀਂ ਤੂੰ ਆ ਸਕਦਾ। ਅੱਛਾ ਜੀ ਗਿੱਦੜ ਕਹਿੰਦਾ ਸਾਲੀ ਸਤਰ ਦੀ, ਪਿੱਛੇ ਸ਼ਰਾ ਦਾ ਜੋਰ। ਵਾਹ ਵਾਹ ਵਾਹ